हाँ जी। हाँ जी, किदां सारे। उम्मीद करदा जी तुसीं सारे जने चढ़दी कला दे विच होवोगे। तुसीं देख रहे हो जी जसल कनेडा दी जर्नी ऑफ एन इंटरनेशनल स्टूडेंट। अज दी ਇਹ ਵੀਡੀਓ ਲੈਂਪਟਨ ਕਾਲਜ ਦੇ ਉਹਨਾਂ ਸਟੂਡੈਂਟ ਦੇ ਲਈ ਹੈ ਜਿਨ੍ਹਾਂ ਦੇ ਮਨ ਦੇ ਵਿੱਚ ਕੁਆਰੰਟੀਨ ਬੁੱਕ ਕਰਨ ਨੂੰ ਲੈ ਕੇ ਡਾਊਟਸ ਨੇ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਉਹ ਹਰੇਕ ਡਾਊਟ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲੀ ਗੱਲ, ਕੀ ਸਾਨੂੰ ਕਾਲਜ ਦਾ ਕੁਆਰੰਟੀਨ ਪੈਕੇਜ ਬਾਏ ਕਰਨਾ ਜ਼ਰੂਰੀ ਆ, ਨੈਸੈਸਰੀ ਆ? ਇਸ ਟੌਪਿਕ ਦੇ ਉੱਤੇ ਮੈਂ ਪਹਿਲਾਂ ਵੀ ਵੀਡੀਓ ਬਣਾ ਚੁੱਕਾ ਆ। ਮੇਰੇ ਵੀ ਇੱਕ ਮੇਲ ਦੇ ਰਿਪਲਾਈ ਦੇ ਵਿੱਚ ਲੈਂਪਟਨ ਕਾਲਜ ਨੇ ਇਹ ਰਿਪਲਾਈ ਕੀਤਾ ਕਿ ਹਾਂ ਸਾਡਾ ਕੁਆਰੰਟੀਨ ਪੈਕੇਜ ਬਾਏ ਕਰਨਾ ਜ਼ਰੂਰੀ ਆ। ਜਿਵੇਂ ਕਿ ਤੁਸੀਂ ਸਕਰੀਨ ਦੇ ਉੱਤੇ ਸਕਰੀਨਸ਼ਾਟ ਵੀ ਦੇਖ ਸਕਦੇ ਹੋ ਉਸ ਮੇਲ ਦੇ ਰਿਪਲਾਈ ਦਾ। ਸੋ ਸਾਨੂੰ ਕੁਆਰੰਟੀਨ ਪੈਕੇਜ ਬੁੱਕ ਕਰਨਾ ਪੈਣਾ ਹੀ ਆ। ਹੁਣ ਗੱਲ ਆਉਂਦੀ ਆ ਕਿ ਸਾਨੂੰ ਕੀ ਚਾਹੀਦਾ ਆ ਕੁਆਰੰਟੀਨ ਪੈਕੇਜ ਬੁੱਕ ਕਰਨ ਦੇ ਲਈ। ਸਭ ਤੋਂ ਪਹਿਲੇ ਨੰਬਰ ਦੇ ਉੱਤੇ ਤੁਹਾਡਾ ਪਾਸਪੋਰਟ ਸਟੈਂਪ ਹੋ ਕੇ ਵਾਪਸ ਤੁਹਾਡੇ ਕੋਲ ਆ ਗਿਆ ਹੋਣਾ ਚਾਹੀਦਾ ਹੈ। ਦੂਜੇ ਨੰਬਰ ਦੇ ਉੱਤੇ ਚਾਹੀਦੀ ਆ ਅਪਰੂਵਲ ਲੈਟਰ। ਅਪਰੂਵਲ ਲੈਟਰ ਵੀਜ਼ਾ ਸਟੈਂਪ ਹੋਣ ਦੇ 2 ਜਾਂ 3 ਦਿਨ ਦੇ ਵਿੱਚ GCT ਦੇ ਵਿੱਚ ਅਪਡੇਟ ਹੋ ਜਾਂਦੀ ਆ। ਤੇ ਹੁਣ ਗੱਲ ਆਉਂਦੀ ਹੈ ਕਿ ਅਸੀਂ ਆਪਣਾ ਕੁਆਰੰਟੀਨ ਪੈਕੇਜ ਬਾਏ ਕਿਵੇਂ ਕਰਨਾ ਹੈ। ਇਹਦੇ 2 ਮੈਥਡ ਨੇ। ਜਾਂ ਤੇ ਤੁਸੀਂ ਆਪਣੀ ਅਫੀਸ਼ੀਅਲ ਲੌਗਇਨ ਜਾਨੀ ਕਿ ਮਾਈ ਲੈਂਪਟਨ ਲੌਗਇਨ ਦੇ ਥਰੂ ਕਾਲਜ ਨੂੰ ਮੇਲ ਕਰਕੇ ਪੇਮੈਂਟ ਲਿੰਕ ਮੰਗਵਾ ਲਓ ਪੇ ਕਰਨ ਦੇ ਲਈ, ਜਾਂ ਫਿਰ ਤੁਸੀਂ ਸਿੱਧਾ ਵੈਬਸਾਈਟ ਦੇ ਉੱਤੇ ਜਾ ਕੇ ਵੀ ਪੇਮੈਂਟ ਲਿੰਕ ਤੇ ਕਲਿੱਕ ਕਰਕੇ ਪੇ ਕਰ ਸਕਦੇ ਹੋ। ਜਦੋਂ ਤੁਸੀਂ ਉਸ ਲਿੰਕ ਦੇ ਉੱਤੇ ਕਲਿੱਕ ਕਰੋਗੇ ਤਾਂ ਕੁਝ ਇਦਾਂ ਦਾ ਪੋਰਟਲ ਤੁਹਾਨੂੰ ਦਿਖਾਈ ਦੇਊਗਾ ਤੇ ਇੱਥੇ ਤੁਸੀਂ ਪਹਿਲਾਂ ਆਪਣੀ ਕੰਟਰੀ ਸਿਲੈਕਟ ਕਰਨੀ ਆ ਜਿੱਥੋਂ ਤੁਸੀਂ ਪੇਮੈਂਟ ਕਰ ਰਹੇ ਹੋ, ਤੇ ਦੂਜੇ ਨੰਬਰ ਦੇ ਉੱਤੇ ਪ੍ਰੋਗਰਾਮ ਦੇ ਵਿੱਚੋਂ ਤੁਸੀਂ ਕੁਆਰੰਟੀਨ ਪੈਕੇਜ ਦੇ ਉੱਤੇ ਕਲਿੱਕ ਕਰਨਾ ਆ ਤੇ ਅਮਾਉਂਟ ਦੇ ਵਿੱਚ 900 ਕੈਨੇਡੀਅਨ ਡਾਲਰ ਭਰ ਦੇਣੇ ਨੇ ਜੇ ਤੁਸੀਂ ਸਬਸਿਡਾਈਜ਼ ਰੇਟ ਦੇ ਉੱਤੇ ਕੁਆਰੰਟੀਨ ਬਾਏ ਕਰ ਰਹੇ ਹੋ। ਉਸ ਤੋਂ ਬਾਅਦ ਕੋਡ ਜਨਰੇਟ ਕਰ ਲੈਣਾ ਆ। ਤੇ ਹੁਣ ਸੈਕੰਡ ਸਟੈਪ ਦੇ ਉੱਤੇ ਤੁਸੀਂ ਪੇਮੈਂਟ ਮੈਥਡ ਸਿਲੈਕਟ ਕਰਨਾ ਆ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਬੈਂਕ ਟ੍ਰਾਂਸਫਰ, ਥੌਮਸਨ ਕੁੱਕ ਵੈਸਟਰਨ ਯੂਨੀਅਨ, ਪੋਲ ਮਰਚੈਂਟ ਵੈਸਟਰਨ ਯੂਨੀਅਨ ਤੇ ਹੋਰ ਵੀ ਬਹੁਤ ਸਾਰੀਆਂ ਆਪਸ਼ਨਸ ਨੇ ਪੇਮੈਂਟ ਕਰਨ ਦੇ ਲਈ। ਇਹਦੇ ਵਿੱਚੋਂ ਮੈਂ ਬੈਸਟ ਆਪਸ਼ਨ ਤੁਹਾਨੂੰ ਦੱਸਦਾ, ਤੁਸੀਂ ਪੋਲ ਮਰਚੈਂਟ ਜਾਂ ਫਿਰ ਥੌਮਸਨ ਕੁੱਕ ਵੈਸਟਰਨ ਯੂਨੀਅਨ ਦੇ ਥਰੂ ਪੇਮੈਂਟ ਕਰਿਓ, ਕਿਉਂਕਿ ਬੈਂਕ ਟ੍ਰਾਂਸਫਰ ਵਾਲਾ ਬਹੁਤ ਚੱਕਰ ਵਾਲਾ ਕੰਮ ਆ। ਮੈਂ ਆਪਣੀ ਪੇਮੈਂਟ ਪੋਲ ਮਰਚੈਂਟ ਵੈਸਟਰਨ ਯੂਨੀਅਨ ਦੇ ਥਰੂ ਕੀਤੀ ਸੀ। ਮੈਂ ਵੀ ਤੁਹਾਨੂੰ ਇਹੀ ਕਹਿੰਦਾ ਕਿ ਤੁਸੀਂ ਬੈਂਕ ਟ੍ਰਾਂਸਫਰ ਨੂੰ ਅਵਾਇਡ ਕਰਿਓ ਤੇ ਨੇੜਲੀ ਬ੍ਰਾਂਚ ਪੋਲ ਮਰਚੈਂਟ ਦੀ ਜਾਂ ਫਿਰ ਥੌਮਸਨ ਕੁੱਕ ਦੀ ਵੈਸਟਰਨ ਯੂਨੀਅਨ ਦੇ ਜਾ ਕੇ ਤੁਸੀਂ ਆਪਣੀ ਪੇਮੈਂਟ ਜਿਹੜੀ ਹੈ ਉਹ ਟ੍ਰਾਂਸਫਰ ਕਰਿਓ। ਹੁਣ ਅਗਲੇ ਸਟੈਪ ਦੇ ਉੱਤੇ ਤੁਸੀਂ ਆਪਣੀਆਂ ਪਰਸਨਲ ਡਿਟੇਲਸ ਫਿਲ ਕਰਨੀਆਂ ਨੇ, ਜਿਵੇਂ ਕਿ ਸਟੂਡੈਂਟ ID ਹੋ ਗਈ, ਸਟੂਡੈਂਟ ਨੇਮ ਹੋ ਗਿਆ, ਉਸ ਤੋਂ ਬਾਅਦ ਸਟੂਡੈਂਟ ਈਮੇਲ ਐਡਰੈਸ। ਇੱਥੇ ਤੁਸੀਂ ਜੇ ਮਾਈ ਲੈਂਪਟਨ ਦੇ ਲੌਗਇਨ ਦਿਓਗੇ ਤਾਂ ਜ਼ਿਆਦਾ ਵਧੀਆ ਆ। ਉਸ ਤੋਂ ਬਾਅਦ ਡੇਟ ਆਫ ਬਰਥ ਹੋ ਗਈ, ਪਾਸਪੋਰਟ ਨੰਬਰ ਹੋ ਗਿਆ। ਨਿਊ ਸਟੂਡੈਂਟ ਤੇ ਰਿਟਰਨਿੰਗ ਸਟੂਡੈਂਟ ਦੇ ਵਿੱਚੋਂ ਤੁਸੀਂ ਨਿਊ ਸਟੂਡੈਂਟ ਸਿਲੈਕਟ ਕਰ ਲੈਣਾ ਆ। ਉਸ ਤੋਂ ਬਾਅਦ ਨੈਕਸਟ ਦੇ ਉੱਤੇ ਕਲਿੱਕ ਕਰ ਦੇਣਾ ਆ। ਅਗਲੇ ਸਟੈਪ ਦੇ ਉੱਤੇ ਪੇਅਰਸ ਡਿਟੇਲ ਆਣਗੀਆਂ, ਮਤਲਬ ਕਿ ਤੁਹਾਡੀਆਂ ਡਿਟੇਲਸ, ਜਿਵੇਂ ਕਿ ਤੁਹਾਡਾ ਨਾਮ, ਈਮੇਲ ਐਡਰੈਸ ਤੇ ਤੁਹਾਡਾ ਐਡਰੈਸ ਤੁਸੀਂ ਜੋ ਪਾਸਪੋਰਟ ਦੇ ਉੱਤੇ ਹੈ ਉਹੀ ਸੇਮ ਐਜ਼ ਇਟ ਇਜ਼ ਭਰਿਓ। ਉਸ ਤੋਂ ਬਾਅਦ ਟਰਮਸ ਐਂਡ ਕੰਡੀਸ਼ਨਸ ਐਗਰੀ ਕਰਕੇ ਪ੍ਰੋਸੀਡ ਟੂ ਪੇਮੈਂਟ ਤੇ ਕਲਿੱਕ ਕਰ ਦਿਓ। ਅਗਲੇ ਸਟੈਪ ਦੇ ਵਿੱਚ ਪ੍ਰਿੰਟ ਇੰਸਟਰਕਸ਼ਨ ਦੇ ਉੱਤੇ ਕਲਿੱਕ ਕਰਕੇ ਤੁਸੀਂ ਇਹ PDF ਡਾਊਨਲੋਡ ਕਰ ਲੈਣੀ ਹੈ ਤੇ ਉਹਦਾ ਪ੍ਰਿੰਟ ਕਢਵਾ ਕੇ ਰੱਖ ਲੈਣਾ ਆ। ਇਹ ਕੋਡ ਜਨਰੇਟ ਕਰਨ ਤੋਂ ਬਾਅਦ, ਮਤਲਬ ਕਿ ਪੇਮੈਂਟ ਇੰਸਟਰਕਸ਼ਨ ਡਾਊਨਲੋਡ ਕਰਨ ਤੋਂ ਬਾਅਦ ਤੁਹਾਨੂੰ 72 ਆਵਰਸ ਮਤਲਬ ਕਿ 72 ਘੰਟਿਆਂ ਦੇ ਵਿੱਚ ਪੇਮੈਂਟ ਕਰਨੀ ਜ਼ਰੂਰੀ ਹੁੰਦੀ ਆ, ਨਹੀਂ ਤੇ ਇਹ ਕੋਡ ਡੀਐਕਟੀਵੇਟ ਹੋ ਜਾਂਦਾ ਹੈ ਆਟੋਮੈਟਿਕਲੀ। ਤੁਸੀਂ ਇਹ ਪੇਮੈਂਟ ਲਿੰਕ ਦੀਆਂ ਇੰਸਟਰਕਸ਼ਨ ਲੈ ਕੇ ਪੋਲ ਮਰਚੈਂਟ ਵੈਸਟਰਨ ਯੂਨੀਅਨ ਜਾਂ ਫਿਰ ਜਿੱਥੋਂ ਤੁਸੀਂ ਪੇਮੈਂਟ ਕਰ ਰਹੇ ਹੋ, ਜਿਹੜੇ ਮੈਥਡ ਰਾਹੀਂ ਪੇਮੈਂਟ ਕਰ ਰਹੇ ਹੋ, ਉੱਥੇ ਵਿਜ਼ਿਟ ਕਰਨਾ ਹੁੰਦਾ ਆ। ਤੁਸੀਂ ਨਾਲ ਆਪਣਾ ਪੈਨ ਕਾਰਡ, ਆਪਣਾ ਪਾਸਪੋਰਟ ਤੇ ਆਪਣੀ ਆਫਰ ਲੈਟਰ ਲੈ ਕੇ ਜਾਣੀ ਹੁੰਦੀ ਆ, ਤੇ ਨਾਲ ਇਹ ਪੇਮੈਂਟ ਇੰਸਟਰਕਸ਼ਨਸ ਵੀ। ਤੇ ਵੈਸਟਰਨ ਯੂਨੀਅਨ ਵਾਲੇ ਪੇਮੈਂਟ ਤੁਹਾਡੇ ਕੋਲੋਂ ਜ਼ਿਆਦਾਤਰ ਕੇਸਿਸ ਦੇ ਵਿੱਚ ਬਾਏ ਚੈੱਕ ਲੈਂਦੇ ਨੇ, ਸੋ ਤੁਸੀਂ ਆਪਣੀ ਚੈੱਕ ਬੁੱਕ ਵੀ ਨਾਲ ਲੈ ਕੇ ਜਾਣੀ ਆ। ਇਸ ਤੋਂ ਬਾਅਦ ਸਾਰਾ ਕੰਮ ਵੈਸਟਰਨ ਯੂਨੀਅਨ ਵਾਲਿਆਂ ਦਾ ਹੁੰਦਾ ਆ ਤੇ ਤੁਸੀਂ ਚੈੱਕ ਕੱਟ ਕੇ ਦੇ ਦੇਣਾ ਉਨੇ ਪੈਸਿਆਂ ਦਾ ਜਿੰਨੇ ਕਿ ਉਸ ਪੇਮੈਂਟ ਇੰਸਟਰਕਸ਼ਨ ਦੇ ਉੱਤੇ ਲਿਖੇ ਹੁੰਦੇ ਨੇ। ਤੇ ਤੁਹਾਨੂੰ 24 ਘੰਟਿਆਂ ਬਾਅਦ ਉਹਨਾਂ ਦੇ ਪੋਰਟਲ ਦੇ ਉੱਤੇ ਇੱਕ ਸਵਿਫਟ ਕਾਪੀ ਰਿਸੀਵ ਹੋਏਗੀ, ਜਿਹੜੀ ਕਿ ਤੁਸੀਂ ਮੇਲ ਕਰਕੇ ਉਹਨਾਂ ਤੋਂ ਮੰਗਵਾ ਕੇ ਆਪਣੇ ਕੋਲ ਸਾਂਭ ਕੇ ਰੱਖ ਲੈਣੀ ਆ। ਜਦੋਂ ਤੁਹਾਨੂੰ ਉਹ ਸਵਿਫਟ ਕਾਪੀ ਰਿਸੀਵ ਹੋ ਗਈ, ਜਿਹੜੀ ਦਿਖਣ ਦੇ ਵਿੱਚ ਕੁਝ ਇਸ ਤਰ੍ਹਾਂ ਦੀ ਹੁੰਦੀ ਹੈ, ਉਸ ਤੋਂ ਬਾਅਦ ਤੁਸੀਂ ਇੱਕ ਗੂਗਲ ਫਾਰਮ ਫਿਲ ਕਰਨਾ ਹੈ, ਜਿਹਦਾ ਕਿ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਦੂੰਗਾ। ਤੇ ਤੁਹਾਨੂੰ ਜੇ ਮੇਲ ਕਰਕੇ ਤੁਸੀਂ ਪੇਮੈਂਟ ਲਿੰਕ ਮੰਗਵਾਇਆ ਤਾਂ ਕਾਲਜ ਵਾਲੇ ਵੀ ਸੈਂਡ ਕਰ ਦੇਣਗੇ। ਜਦੋਂ ਤੁਸੀਂ ਉਸ ਗੂਗਲ ਫਾਰਮ ਦੇ ਉੱਤੇ ਕਲਿੱਕ ਕਰੋਗੇ, ਸਭ ਤੋਂ ਪਹਿਲੇ ਨੰਬਰ ਦੇ ਉੱਤੇ ਤੁਸੀਂ ਆਪਣੀਆਂ ਪਰਸਨਲ ਡਿਟੇਲ ਫਿਲ ਕਰਨੀਆਂ ਨੇ। ਦੂਜੇ ਨੰਬਰ ਦੇ ਉੱਤੇ ਸਟੱਡੀ ਪਰਮਿਟ ਅਪਰੂਵਲ ਡੇਟ ਪਾਣੀ ਹੈ। ਇਹ ਡੇਟ ਤੁਸੀਂ ਆਪਣੇ ਅਪਰੂਵਲ ਲੈਟਰ ਦੇ ਉੱਤੇ ਦੇਖ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਸਟੱਡੀ ਪਰਮਿਟ ਅਪਰੂਵਲ ਲੈਟਰ ਦੀ ਕਾਪੀ ਤੇ ਜਿਹੜਾ ਵੀਜ਼ਾ ਸਟੈਂਪ ਹੋਇਆ ਉਹਦੀ ਇੱਕ ਕਾਪੀ ਅਪਲੋਡ ਕਰ ਦੇਣੀ ਹੈ ਇੱਥੇ। ਉਸ ਤੋਂ ਬਾਅਦ ਤੁਸੀਂ ਆਪਣੀ ਟਰਮ ਸਿਲੈਕਟ ਕਰਨੀ ਆ, ਜਾਣੀ ਕਿ ਟਰਮ 1, ਤੇ ਚੌਥੇ ਤੇ 4th ਸਟੈਪ ਦੇ ਵਿੱਚ
ਕੁਆਰੰਟੀਨ ਕਮਿਟਮੈਂਟ ਐਗਰੀਮੈਂਟ ਆ। ਤੁਸੀਂ ਇੱਥੋਂ ਪਹਿਲਾਂ ਇਹ ਐਗਰੀਮੈਂਟ ਡਾਊਨਲੋਡ ਕਰ ਲਿਓ, ਫਿਰ ਇਹਦਾ ਪ੍ਰਿੰਟ ਕੱਢ ਕੇ ਆਪਣੇ ਸਾਈਨ ਤੇ ਇਨਫੋਰਮੇਸ਼ਨ ਫਿਲ ਕਰ ਦੇਣੀ ਹੈ ਤੇ ਫਿਰ ਇਹਦੀ PDF ਬਣਾ ਕੇ ਇੱਥੇ ਅਪਲੋਡ ਕਰ ਦੇਣੀ ਆ। ਇਸ ਤੋਂ ਬਾਅਦ ਪੇਮੈਂਟ ਕਨਫਰਮੇਸ਼ਨ ਦੀ ਕਾਪੀ ਅਪਲੋਡ ਕਰਕੇ ਐਗਰੀ ਦੇ ਉੱਤੇ ਕਲਿੱਕ ਕਰਕੇ ਗੂਗਲ ਫਾਰਮ ਸਬਮਿਟ ਕਰ ਦੇਣਾ ਆ। ਇਸ ਤੋਂ ਬਾਅਦ ਤੁਹਾਨੂੰ ਕਾਲਜ ਵੱਲੋਂ ਰਿਵਰਟ ਆਏਗਾ POE ਦਾ। ਤੁਸੀਂ ਮੇਕ ਸ਼ੋਰ ਕਰਨਾ ਹੈ ਕਿ POE ਆਉਣ ਤੋਂ ਬਾਅਦ ਹੀ ਆਪਣੇ ਟਰੈਵਲ ਪਲਾਨਸ ਬਣਾਉਣੇ ਨੇ। ਪੇਮੈਂਟ ਕਰਨ ਤੋਂ ਬਾਅਦ ਪੇਮੈਂਟ ਕਨਫਰਮ ਹੋਣ ਤੱਕ 1 ਵੀਕ ਤੱਕ ਦਾ ਟਾਈਮ ਲੱਗ ਸਕਦਾ ਆ ਤੇ ਉਸ ਤੋਂ ਬਾਅਦ POE ਆਉਣ ਦੇ ਵਿੱਚ ਵੀ 1 ਵੀਕ ਤੱਕ ਦਾ ਟਾਈਮ ਲੱਗ ਸਕਦਾ ਆ। ਤੁਸੀਂ POE ਆਉਣ ਤੋਂ ਬਾਅਦ ਹੀ 에ਅਰ ਟਿਕਟ ਬੁੱਕ ਕਰਨੀ ਆ। ਹੁਣ ਆਪਾਂ ਇੱਕ ਇੱਥੇ ਸਿਨੈਰੀਓ ਡਿਸਕਸ ਕਰਦੇ ਹਾਂ। ਮੇਰੀ ਇੱਕ ਸਬਸਕ੍ਰਾਈਬਰ ਦੇ ਨਾਲ ਗੱਲ ਹੋਈ ਸੀ, ਉਹਨਾਂ ਨੇ POE ਆਉਣ ਤੋਂ ਪਹਿਲਾਂ ਹੀ ਆਪਣੀ ਟਿਕਟ ਬੁੱਕ ਕਰਵਾ ਲਈ ਸੀ। ਜਦੋਂ ਉਹਨਾਂ ਨੇ POE ਦੇ ਲਈ ਦੁਬਾਰਾ ਕਾਲਜ ਵਾਲੇ ਨੂੰ ਮੇਲ ਕੀਤੀ ਤਾਂ ਕਾਲਜ ਵਾਲੇ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਅਸੀਂ ਤੁਹਾਨੂੰ ਕਿਹਾ ਸੀ ਕਿ POE ਆਉਣ ਤੋਂ 15 ਦਿਨ ਬਾਅਦ ਹੀ ਟਰੈਵਲ ਕਰ ਸਕਦੇ ਹਾਂ ਤੇ ਉਹਦੀ ਟਿਕਟ ਵੀ ਨੋਨ ਰਿਫੰਡੇਬਲ ਸੀ। ਸੋ ਇੱਥੇ ਇੱਕ ਹੁਣ ਕ੍ਰਿਟੀਕਲ ਸਿਚੁਏਸ਼ਨ ਬਣਦੀ ਜਾ ਰਹੀ ਹੈ। ਸੋ ਤੁਸੀਂ ਵੀ ਮੇਕ ਸ਼ੋਰ ਕਰੋ, ਪਹਿਲਾਂ POE ਆਉਣ ਤੱਕ ਦੀ ਵੇਟ ਕਰੋ, ਉਸ ਤੋਂ ਬਾਅਦ ਹੀ ਆਪਣੇ ਟਰੈਵਲ ਪਲਾਨਸ ਬਣਾਉਣੇ ਨੇ, ਨਹੀਂ ਤੇ ਤੁਹਾਨੂੰ ਵੀ ਕੁਝ ਇਦਾਂ ਦੀ ਸਿਚੁਏਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਆ। ਤੇ ਇਸ ਸਬਸਕ੍ਰਾਈਬਰ ਦੀ ਮੈਂ ਗੱਲ ਕਰ ਰਿਹਾ, ਹੋਰ ਕੋਈ ਨਹੀਂ, ਆਪਣਾ ਹੀ ਇੱਕ ਦੋਸਤ ਹੈ ਜੋ ਇਸ ਟਾਈਮ ਵੀ ਵੀਡੀਓ ਦੇਖ ਰਿਹਾ ਹੋਊਗਾ। ਸੋ ਮਿੱਤਰੋ, ਤੁਸੀਂ ਇਸ ਗੱਲ ਦਾ ਪੂਰਾ ਖਿਆਲ ਰੱਖਣਾ ਹੈ ਕਿ POE ਆਉਣ ਤੋਂ ਬਾਅਦ ਹੀ ਟਰੈਵਲ ਪਲਾਨਸ ਬਣਾਉਣੇ ਨੇ। ਉਮੀਦ ਕਰਦਾ ਵੀ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ। ਕੁਆਰੰਟੀਨ ਬਾਰੇ ਤੁਹਾਡੇ ਬਹੁਤ ਸਾਰੇ ਡਾਊਟ ਕਲੀਅਰ ਹੋ ਗਏ ਹੋਣਗੇ, ਪਰ ਫਿਰ ਵੀ ਜੇ ਕੋਈ ਡਾਊਟ ਹੈ ਤਾਂ ਕਮੈਂਟ ਸੈਕਸ਼ਨ ਵਿੱਚ ਦੱਸ ਸਕਦੇ ਹੋ ਤੇ ਜਾਂ ਫਿਰ ਮੇਰੀ ਮੇਲ ID ਦੇ ਉੱਤੇ ਮੈਨੂੰ ਮੇਲ ਕਰਕੇ ਦੱਸ ਸਕਦੇ ਹੋ। ਤੇ ਅਗਲੀ ਵੀਡੀਓ ਵਿੱਚ ਆਪਾਂ ਇਸ ਕ੍ਰਿਟੀਕਲ ਸਿਚੁਏਸ਼ਨ ਨੂੰ ਕਿਵੇਂ ਹੈਂਡਲ ਕੀਤਾ ਉਹਦੇ ਬਾਰੇ ਗੱਲ ਕਰਾਂਗੇ। ਸੋ ਮਿੱਤਰੋ, ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ। ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਦੇ ਵਿੱਚ। ਉਦੋਂ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।